द रेवेन्यू पटवार यूनियन के प्रधान फतेह सिंह के नेतृत्व में प्रदेश सरकार के द्वारा जारी किए गए नए आदेशों की निंदा करते हुए उन्होंने नोटिफिकेशन की कॉपी को जलाकर रोष व्यक्त किया। उन्होंने इस मौके पर अपनी बात रखते हुए कहा कि प्रदेश सरकार नौजवानों को रोजगार देने की बजाय रोजगार को खत्म कर रही है, क्योंकि वो धीरे धीरे जिलों की और तहसीलों की बढ़ोतरी कर रही है, जिस वजह से पटवारियों की 1056 पोस्ट ही खत्म हो गई हैं। नतीजा ये है कि युवक बेरोजगार हो गए हैं और उनके साथ सरकार की ओर से जो धोखा किया जा रहा है उसके चलते आज वो सत्ते में है। इसलिए सरकार पोस्ट को कम करने की बजाय रोजगार के अवसर पैदा करे ताकि नौजवान जो है वो पूरी तरह से तनाव मुक्त हो सके। देखो सर, उम्मीदां ਤਾਂ ਸਰਕਾਰ ਤੋਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ। ਜਦੋਂ 1966 ਦੇ ਵਿੱਚ ਪੰਜਾਬ ਦਾ ਪੁਨਰਗਠਨ ਹੋਇਆ ਸੀਗਾ, ਪੰਜਾਬ ਅਲੱਗ ਹੋਇਆ ਸੀਗਾ, ਉਸ ਟਾਈਮ ਤੇ 12 ਜ਼ਿਲ੍ਹੇ 62 ਤਹਿਸੀਲਾਂ ਤੇ 104 ਐਮਐਲਏ ਸੀਗੇ। ਅੱਜ ਦੀ ਡੇਟ ਦੇ ਵਿੱਚ 23 ਜ਼ਿਲ੍ਹੇ ਬਣ ਚੁੱਕੇ ਨੇ, 96 ਤਹਿਸੀਲਾਂ ਤੇ 117 ਐਮਐਲਏ ਹਲਕੇ ਹੋ ਗਏ ਨੇ। ਤੇ ਜਦੋਂ ਐਮਐਲਏ ਵਧੇ ਨੇ, ਆਈਐਸ ਅਫਸਰ ਵਧੇ ਨੇ, ਪੀਸੀਐਸ ਅਫਸਰ ਵਧੇ ਨੇ, ਐਸਐਸਪੀ ਸਾਡੇ ਵਧੇ ਨੇ, ਤੇ ਫਿਰ ਪਟਵਾਰੀ ਵੀ ਕਿਤੇ ਨਾ ਕਿਤੇ ਆਬਾਦੀ ਦੇ ਹਿਸਾਬ ਨਾਲ ਜਾਂ ਜਿਹੜਾ ਸਾਡਾ ਕੰਮ ਵਧਿਆ ਹੈ, ਆਨਲਾਈਨ ਕੰਪਿਊਟਰਾਈਜ਼ ਹੋਇਆ ਕੰਮ, ਖੇਵਟਾਂ ਜਿਹੜੀਆਂ ਉਹ ਸਾਰੀਆਂ ਆਬਾਦੀ ਦੇ ਹਿਸਾਬ ਨਾਲ, ਜਿਵੇਂ 4 ਭਰਾ ਸੀਗੇ ਅੱਗੇ ਤੀਸਰੀ ਚੌਥੀ ਜਨਰੇਸ਼ਨ ਆ ਗਈ ਹੈ ਤੇ ਉਹ ਕੰਮ ਵਧਿਆ ਆ ਪਟਵਾਰੀ ਦਾ। ਤੇ ਇੱਥੇ ਪਟਵਾਰੀ ਘਟਾਉਣ ਦੀ ਕੀ ਜ਼ਰੂਰਤ ਪੈ ਗਈ ਸਰਕਾਰ ਨੂੰ? ਸਾਡੀ ਮੰਗ ਤਾਂ ਇਹ ਹੈ ਕਿ ਸ਼ਹਿਰੀ ਸਰਕਲ ਜਿਹੜੇ ਆ ਉਹ ਇੱਕ ਦੀ ਜਗ੍ਹਾ ਤੇ ਦੋ ਸਰਕਲ ਕੀਤੇ ਜਾਣ, ਕਿਉਂਕਿ ਸ਼ਹਿਰ ਦੇ ਵਿੱਚ ਕੰਮ ਇੰਨਾ ਹੈ ਕਿ ਅਗਰ ਇੱਕ ਪਟਵਾਰੀ ਚਾਹੇ ਪੂਰੇ ਦਿਨ ਦੇ ਵਿੱਚ ਉਹ ਸਰਟੀਫਿਕੇਟ ਹੀ ਨਹੀਂ ਪੂਰੇ ਕਰ ਸਕਦਾ, ਬਾਕੀ ਰੈਵਨਿਊ ਰਿਕਾਰਡ ਦਾ ਕੰਮ ਤਾਂ ਅਲੱਗ ਰਹਿ ਗਿਆ। ਇਸ ਕਰਕੇ ਇਹ ਜਿਹੜਾ ਗੌਰਮੈਂਟ ਨੇ ਨੋਟੀਫਿਕੇਸ਼ਨ ਕੀਤਾ ਹੈ, ਇਹ 1/8/1922 ਨੂੰ ਇਹਨਾਂ ਨੇ ਸਾਈਨ ਹੋਏ ਨੇ, ਜਿਹੜਾ ਇੱਥੋਂ ਆਊਟ ਹੋਇਆ ਹੈ 25/7/2022 ਦੇ ਸਾਈਨ ਨੇ, ਤੇ ਇੱਥੋਂ ਜਿਹੜੀ ਰਿਲੀਜ਼ ਹੋਈ ਹੈ ਕਾਪੀ 1/8/2022 ਨੂੰ ਰਿਲੀਜ਼ ਹੋਈ ਹੈ। ਤੇ ਇਹਦਾ ਅਸੀਂ ਦੀ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਪੁਰਜ਼ੋਰ ਇਸ ਦੀ ਨਿੰਦਾ ਕਰਦੇ ਹਾਂ। ਇਹ ਇੱਕ ਬੇਰੁਜ਼ਗਾਰ, ਪੜ੍ਹੇ ਲਿਖੇ ਬੇਰੁਜ਼ਗਾਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਕਿ 1056 ਪੋਸਟਾਂ ਸਿਰਫ 4716 ਦੇ ਵਿੱਚੋਂ ਹੀ ਇਹਨਾਂ ਨੇ ਘਟਾ ਦਿੱਤੀਆਂ, ਤੇ ਜੇ 4716 ਦੇ ਵਿੱਚ ਇਹਨਾਂ ਨੇ 1056 ਖਤਮ ਕਰ ਦਿੱਤੀਆਂ ਤੇ ਇਹਦਾ ਮਤਲਬ ਹੈ ਕਿ ਇਹਨਾਂ ਨੂੰ ਪਟਵਾਰੀ ਚਾਹੀਦੇ ਹੀ ਨਹੀਂ। ਜੇ ਪਟਵਾਰੀ ਨਹੀਂ ਚਾਹੀਦੇ, ਕੰਮ ਇਹਨਾਂ ਦਾ ਲੱਗਦਾ ਇਹਨਾਂ ਨੂੰ ਕਿ ਪਟਵਾਰੀਆਂ ਦਾ ਕੰਮ ਘਟਿਆ ਹੈ, ਤੇ ਫਿਰ ਐਮਐਲਏ ਵੀ ਘੱਟ ਕਰੋ। ਜਦੋਂ 104 ਸੀਗੇ ਤੇ ਉਹਨੂੰ ਘੱਟ ਕਰਕੇ 80 ਕਰ ਦਿਓ, ਜ਼ਿਲ੍ਹੇ ਵੀ ਵਾਪਸ 12 ਕਰ ਦਿਓ, ਡੀਸੀ ਵੀ ਫਿਰ 12 ਹੀ ਹੋਣਗੇ। ਤੇ ਇਸ ਕਰਕੇ ਜਿਹੜਾ ਇਹ ਗੌਰਮੈਂਟ ਨੇ ਫੈਸਲਾ ਲਿਆ, ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ। ਇਹ ਗਲਤ ਫੈਸਲਾ ਹੈ, ਬੇਰੁਜ਼ਗਾਰਾਂ ਦੇ ਨਾਲ ਧੱਕਾ ਹੈ। ਬੇਰੁਜ਼ਗਾਰ ਪੜ੍ਹਿਆ ਲਿਖਿਆ ਨੌਜਵਾਨ ਵਰਗ ਜਿਹੜਾ ਉਹ ਹੁਣ ਕਿਤੇ ਨਾ ਕਿਤੇ ਨਸ਼ੇ ਵਾਲੇ ਪਾਸੇ ਜਾਏਗਾ ਜਾਂ ਪਿੱਪਲਾਂ ਥੱਲੇ ਬੈਠ ਕੇ ਸੱਥ ਦੇ ਵਿੱਚ ਤਾਸ਼ ਕੁੱਟਦਾ ਨਜ਼ਰ ਆਏਗਾ। ਇਹ ਸ਼ਰੇਆਮ ਜਿਹੜਾ ਹੈ ਨੌਜਵਾਨੀ ਦੇ ਨਾਲ ਧੱਕਾ ਕੀਤਾ ਗੌਰਮੈਂਟ ਨੇ, ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਹੈ ਨਿਖੇਧੀ ਕਰਦੇ ਹਾਂ। ਬਿਲਕੁਲ ਜੀ, ਹੁਣ ਜਿਹੜੇ ਪੰਜਾਬ ਗੌਰਮੈਂਟ ਨੇ ਆਈ ਇਸੇ ਨਾਅਰੇ ਦੇ ਉੱਤੇ ਸੀ ਕਿ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ, ਤੇ ਬੇਰੁਜ਼ਗਾਰੀ ਤੁਹਾਡੇ ਸਾਹਮਣੇ ਹੈ। ਅਗਰ 4716 ਦੇ ਵਿੱਚੋਂ 1056 ਕੱਟ ਹੋ ਗਈਆਂ, ਤੇ ਇਹਦਾ ਮਤਲਬ ਇਹ ਗਾਜ ਜਿਹੜੀ ਹੈ ਇਹ ਕਲਰਕਾਂ 'ਤੇ ਵੀ ਡਿੱਗੇਗੀ, ਇਹ ਦੂਜੇ ਮਹਿਕਮਾਂ 'ਤੇ ਵੀ ਡਿੱਗੇਗੀ, ਤੇ ਇਹ ਰੋਜ਼ਗਾਰ ਘਟੇਗਾ, ਰੋਜ਼ਗਾਰ ਵਧੇਗਾ ਨਹੀਂ। ਤੇ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਨਿੱਜੀਕਰਨ ਵਾਲੇ ਪਾਸੇ ਜਾ ਰਹੀ ਹੈ। ਇਹ ਪ੍ਰਾਈਵੇਟ ਕਰਨਾ ਚਾਹੁੰਦੀ ਹੈ, ਮਾਲ ਮਹਿਕਮੇ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਹੈ, ਦੂਸਰੇ ਤੀਸਰੇ ਵੀ ਜਿਹੜੇ ਮਹਿਕਮੇ ਨੇ ਉਹਨਾਂ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਹੈ। ਹੁਣ ਅੱਜ ਜਿਹੜੀ ਫਰਦ ਇੱਕ ਪਟਵਾਰੀ 20 ਰੁਪਏ 'ਚ ਦੇਵੇਗਾ, ਉਹ ਫਰਦ ਤੁਸੀਂ ਫਰਦ ਕੇਂਦਰ 'ਚੋਂ ਲੈਣ ਚੱਲ ਜਾਓ, ਐਡਾ ਲੰਬਾ ਚੌੜਾ ਖਾਤਾ ਹੁੰਦਾ ਕਿ ਤੁਹਾਨੂੰ 700 ਜਾਂ 800 ਰੁਪਏ ਦੇ ਵਿੱਚ ਮਿਲੇਗੀ। ਤੇ ਉਹਦੇ ਵਿੱਚ ਫਾਇਦਾ ਕਿਹਦਾ ਹੈ? PLRS ਕੰਪਨੀ ਆ ਇੱਕ ਬੈਠੀ ਹੋਈ, ਉਹਨਾਂ ਦਾ। ਤੇ ਇਹਦਾ ਮਤਲਬ ਇਹ ਗਾਜ ਜਿਹੜੀ ਆ ਇਹ ਕਲਰਕਾਂ 'ਤੇ ਵੀ ਡਿੱਗੇਗੀ, ਇਹ ਦੂਜੇ ਮਹਿਕਮਾਂ 'ਤੇ ਵੀ ਡਿੱਗੇਗੀ, ਤੇ ਇਹ ਰੋਜ਼ਗਾਰ ਘਟੇਗਾ, ਰੋਜ਼ਗਾਰ ਵਧੇਗਾ ਨਹੀਂ। ਤੇ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਨਿੱਜੀਕਰਨ ਵਾਲੇ ਪਾਸੇ ਜਾ ਰਹੀ ਹੈ। ਇਹ ਪ੍ਰਾਈਵੇਟ ਕਰਨਾ ਚਾਹੁੰਦੀ ਹੈ, ਮਾਲ ਮਹਿਕਮੇ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਹੈ, ਦੂਸਰੇ ਤੀਸਰੇ ਵੀ ਜਿਹੜੇ ਮਹਿਕਮੇ ਨੇ ਉਹਨਾਂ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਹੈ। ਹੁਣ ਅੱਜ ਜਿਹੜੀ ਫਰਦ ਇੱਕ ਪਟਵਾਰੀ 20 ਰੁਪਏ 'ਚ ਦੇਵੇਗਾ, ਉਹ ਫਰਦ ਤੁਸੀਂ ਫਰਦ ਕੇਂਦਰ 'ਚੋਂ ਲੈਣ ਚੱਲ ਜਾਓ, ਐਡਾ ਲੰਬਾ ਚੌੜਾ ਖਾਤਾ ਹੁੰਦਾ ਕਿ ਤੁਹਾਨੂੰ 700 ਜਾਂ 800 ਰੁਪਏ ਦੇ ਵਿੱਚ ਮਿਲੇਗੀ। ਤੇ ਉਹਦੇ ਵਿੱਚ ਫਾਇਦਾ ਕਿਹਦਾ ਹੈ? PLRS ਕੰਪਨੀ ਆ ਇੱਕ ਬੈਠੀ ਹੋਈ, ਉਹਨਾਂ ਦਾ ਫਾਇਦਾ ਹੈ ਜਾਂ ਸੇਵਾ ਕੇਂਦਰਾਂ ਦਾ ਫਾਇਦਾ ਹੈ। ਹੁਣ ਤੁਸੀਂ ਦੱਸੋ ਕਿ ਜਿਹੜੀ ਆਨਲਾਈਨ ਫਰਦ ਮਿਲਦੀ ਹੈ, ਉੱਥੇ ਜਿਹੜਾ ਇੱਕ ਆਪਰੇਟਰ ਬੈਠਾ ਹੋਇਆ ਉਹਨੂੰ ਕਿੰਨੀ ਤਨਖਾਹ ਮਿਲਦੀ ਹੈ? 7000 ਜਾਂ 7500 ਰੁਪਇਆ। ਤੇ ਗੌਰਮੈਂਟ ਉੱਥੇ ਇੰਪਲਾਈ ਰੱਖਣਾ ਨਹੀਂ ਚਾਹੁੰਦੀ, ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇਤਾ, ਤੇ ਪ੍ਰਾਈਵੇਟ ਕੰਪਨੀਆਂ ਦਾ ਆਪਣਾ ਢਿੱਡ ਨਹੀਂ ਭਰਦਾ, ਉਹ ਇੰਪਲਾਈ ਨੂੰ ਕੀ ਦੇਗੀ? ਤੁਸੀਂ ਦੱਸੋ 8000 ਦੇ ਵਿੱਚ ਇੱਕ ਆਪਰੇਟਰ ਜਿਹੜਾ ਉਹ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਉਹਨਾਂ ਦਾ? ਇਹ ਦੇਖਣ ਦੀ ਲੋੜ ਹੈ, ਇਹਨੂੰ ਧਿਆਨ ਰੱਖਣ ਦੀ ਲੋੜ ਹੈ ਸਰਕਾਰ ਨੂੰ ਕਿ ਅਸੀਂ ਸਰਕਾਰੀ ਨੌਕਰੀਆਂ ਦੀ ਵੱਧ ਤੋਂ ਵੱਧ ਅਪਾਇੰਟਮੈਂਟ ਕਰੀਏ, ਤੇ ਜਿਹੜੇ ਪ੍ਰਾਈਵੇਟ ਕੰਪਨੀਆਂ ਜਿਹੜੇ ਬਾਗੜ ਬਿੱਲੇ ਬੈਠੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦਰਕਨਾਰ ਕਰਕੇ ਸਰਕਾਰੀ ਵੈਕੈਂਸੀਆਂ ਵਧਾਈਆਂ ਜਾਣ। ਇਹ ਸਾਡੀ ਮੰਗ ਹੈ। Education embraces not only facts but also values. It inculcates such good practices which may reveal our qualities and perfections in every sphere of life. We, as a part of A&M Institute, empower knowledge with practical approach.
students can accumulate knowledge and information from wide range of books, journals available in the library. We also nurture the skills of our future managers by the use of well-equipped and furnished laboratories. A&M Group of Institutes endeavors to impart such value-based education to our students. We welcome you all to A&M Group of Institutes, Pathankot.